ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ। ਸਭ ਤੋਂ ਪਹਿਲੇ ਅਪਡੇਟ ਵੱਲ ਚੱਲਦੇ ਹਾਂ ਜੀ। ਇਟਲੀ ਦੇ ਵਿੱਚ 29,575 ਨਵਾਂ ਕੇਸ, 146 ਮਰੀਜ਼ਾਂ ਦੀ ਹੋਈ ਮੌਤ, 37,462 ਮਰੀਜ਼ ਠੀਕ ਹੋਏ ਨੇ, 1,82,675 ਟੋਟਲ ਟੈਸਟ ਕੀਤਾ ਗਿਆ ਤਾਂ 700 ਦੀ ਪੋਜ਼ੀਟਿਵਿਟੀ ਅੱਜ ਦੀ ਜਿਹੜੀ ਆ ਟੋਟਲ 16.19% ਚੱਲ ਰਹੀ ਸੀ। ਵੱਧਦੇ ਹਾਂ ਜੀ ਆਪਣੇ ਅਗਲੇ ਅਪਡੇਟ ਵੱਲ। ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ, ਇਟਲੀ ਦੇ ਵਿੱਚ ਇੱਕ ਵਾਰ ਫੇਰ ਆਇਆ ਭੂਚਾਲ, ਕੰਬ ਗਈ ਇੱਕ ਵਾਰ ਫੇਰ ਇਟਲੀ ਦੀ ਧਰਤੀ। ਇਹ ਜੋ ਭੂਚਾਲ ਆਇਆ ਜੀ, ਇਹ ਆਇਆ ਜੀ ਆਕਵਿਲਾ ਦੇ ਵਿੱਚ, ਜੋ ਕਿ 3.1 ਮਾਗਨੀਟਿਊਡ ਦਾ ਸੀ। ਅਤੇ ਜਿਹੜਾ ਪੂਰੇ ਉਸ ਏਰੀਏ ਦੇ ਜਿੰਨੇ ਵੀ ਆਵਾਮ ਸੀਗੀ, ਸਾਰਿਆਂ ਨੂੰ ਭੂਚਾਲ ਦੇ ਜਿਹੜੇ ਝਟਕੇ ਮਹਿਸੂਸ ਹੋਏ ਸਨ। ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ 14 ਕਿਲੋਮੀਟਰ ਇਹ ਪਿੱਛੋਲੀ ਅਤੇ ਬਾਰੇਤੇ ਦੇ ਇਹਦੀ ਗਹਿਰਾਈ 14 ਕਿਲੋਮੀਟਰ ਸੀ, ਅਤੇ ਇੱਥੇ ਨੇੜੇ ਤੇੜੇ ਹੀ ਇਹਦਾ ਜਿਹੜਾ ਭੂਚਾਲ ਆਉਣਾ ਸ਼ੁਰੂ ਹੋਇਆ ਸੀ। ਅਤੇ ਇਟਲੀ ਦੇ ਵਿੱਚ ਜਿਹੜੇ ਭੂਚਾਲਾਂ ਦੀ ਗਿਣਤੀ ਆ ਲਗਾਤਾਰ ਵੱਧਦੀ ਜਾ ਰਹੀ ਆ। ਬਹੁਤ ਭੂਚਾਲ ਆ ਰਹੇ ਨੇ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਸਾਨੂੰ ਇਹਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਇਟਲੀ ਦੀ ਸਰਕਾਰ ਵੱਲੋਂ ਆ ਰਹੀ ਹੈ ਜੀ ਇੱਕ ਹੋਰ ਗੁੱਡ ਨਿਊਜ਼। ਕਨਫਰਮ ਤਾਂ ਨਹੀਂ ਹੈਗੀ ਪਰ ਆਉਣ ਵਾਲੀ ਹੈ ਗੁੱਡ ਨਿਊਜ਼। ਗੁੱਡ ਨਿਊਜ਼ ਕਿਹੜੀ ਹੈ ਜੀ? ਇਟਲੀ ਦੇ ਵਿੱਚ ਇਟਲੀ ਦੇ ਵਿੱਚ ਇਸ ਟਾਈਮ ਜਿਹੜੀ ਸਰਕਾਰ ਨੇ ਸਬਸਿਡੀ ਦਿੱਤੀ ਹੈ ਪੈਟਰੋਲ ਅਤੇ ਡੀਜ਼ਲ ਦੇ ਉੱਤੇ। ਇਹ ਸਬਸਿਡੀ ਆ 25 ਸੈਂਟ ਦੀ, ਜਿਨ੍ਹਾਂ ਦੇ ਵਿੱਚ ਈਵਾ ਵਗੈਰਾ ਹੋਰ ਟੈਕਸ ਪਾ ਕੇ 30 ਸੈਂਟ ਸਸਤਾ ਇਟਲੀ ਦੇ ਵਿੱਚ ਡੀਜ਼ਲ ਅਤੇ ਪੈਟਰੋਲ ਮਿਲ ਰਿਹਾ, ਕਿਉਂਕਿ 2 ਯੂਰੋ ਤੋਂ ਰੇਟ ਟੱਪ ਗਿਆ ਸੀ। ਅਤੇ ਰੇਟ ਟੱਪਣ ਦਾ ਕਾਰਨ ਕੀ ਸੀ? ਰਸ਼ੀਆ ਅਤੇ ਯੂਕਰੇਨ ਦੀ ਜਿਹੜੀ ਲੜਾਈ ਆਪਸ ਦੇ ਵਿੱਚ ਲੱਗੀ ਆ, ਇਹ ਸੀਗਾ ਮੇਨ ਕਾਰਨ। ਇਹ ਜਿਹੜਾ ਗੈਸ, ਪੈਟਰੋਲ, ਡੀਜ਼ਲ ਦੇ ਰੇਟ ਵਧਣ ਦਾ। ਸਰਕਾਰ ਨੇ ਇਹ ਜਿਹੜੀ ਮਿਆਦ ਆ ਤਕਰੀਬਨ 2 ਮਈ 2022 ਤੱਕ ਕੀਤੀ ਹੋਈ ਆ, ਅਤੇ 2 ਮਈ 2022 ਤੱਕ ਕਰਨ ਦੇ ਲਈ ਸਰਕਾਰ ਨੂੰ 590 ਮਿਲੀਅਨ ਜਿਹੜਾ ਐਕਸਟਰਾ ਜਿਹੜਾ ਖਰਚਾ ਪੈ ਰਿਹਾ ਇਹ ਸਬਸਿਡੀ ਦੇਣ ਦਾ। ਅਤੇ ਹੁਣ ਇਸ ਟਾਈਮ ਸਰਕਾਰ ਗੱਲ ਕਰ ਰਹੀ ਹੈ ਕਿ ਅਸੀਂ ਇਸ ਜਿਹੜੀ ਆ ਸਬਸਿਡੀ ਨੂੰ ਆਪਣੇ ਜਿਹੜੇ ਬੰਦੇ ਆ ਇਹਨਾਂ ਦੇ ਲਈ ਹੋਰ ਵਧਾ ਦੇਣਾ, ਤਾਂ ਜੋ ਇਟਲੀ ਦੇ ਵਿੱਚ ਲੋਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ, ਘੱਟ ਤੋਂ ਘੱਟ ਲੋਕਾਂ ਦੇ ਪੈਸੇ ਜ਼ਿਆਦਾ ਵਧਣ। ਕਿਉਂਕਿ ਟਰੱਕ ਯੂਨੀਅਨ ਵਾਲੇ ਵੀ ਸਟਰਾਈਕਾਂ 'ਤੇ ਉਤਰ ਗਏ ਸਨ ਅਤੇ ਮਾਰਕੀਟਾਂ ਵਾਲੇ ਵੀ ਸਟਰਾਈਕਾਂ 'ਤੇ ਆ ਸਕਦੇ ਨੇ। ਅਗਲੇ ਅਪਡੇਟ ਵੱਲ ਚੱਲਦੇ ਨੇ। ਇਟਲੀ ਦੇ ਵਿੱਚ ਇੱਕ ਫੈਕਟਰੀ ਆ, ਬਹੁਤ ਸਾਰੀਆਂ ਫੈਕਟਰੀਆਂ ਨੇ ਜਿਨ੍ਹਾਂ ਦੇ ਵਿੱਚ ਮਜ਼ਦੂਰਾਂ ਦੇ ਨਾਲ ਆ ਜਿਹੜਾ ਸ਼ੋਸ਼ਣ ਕੀਤਾ ਜਾਂਦਾ, ਪਰ ਬਹੁਤ ਹੀ ਘੱਟ ਲੋਕ ਨੇ ਜਿਹੜੇ ਕਿ ਇਸ ਸ਼ੋਸ਼ਣ ਦੇ ਖਿਲਾਫ ਆਵਾਜ਼ ਚੱਕਦੇ ਨੇ। ਇਸ ਤਰ੍ਹਾਂ ਹੀ ਕੁਛ ਹੋਇਆ ਜੀ। ਇਹ ਹੋਇਆ ਜੀ ਇੱਕ ਫੈਕਟਰੀ ਆ ਜਿਹਦੇ ਵਿੱਚ ਇੱਕ ਚਾਈਨੀਜ਼ ਬੰਦਾ ਮਾਲਕ ਸੀਗਾ, ਅਤੇ ਇਹ ਜਿਹੜੀ ਫੈਕਟਰੀ ਸੀਗੀ ਕਾਂਪੀ ਦੇ ਵਿੱਚ। ਇਹਦੇ ਵਿੱਚ ਕਾਫੀ ਚਾਈਨੀਜ਼ ਬੰਦੇ ਕੰਮ ਕਰਦੇ ਸਨ ਅਤੇ ਆਪਣੇ ਪਾਕਿਸਤਾਨੀ ਵੀਰ ਵੀ ਕੰਮ ਕਰਦੇ ਸਨ। ਪਾਕਿਸਤਾਨੀ ਵੀਰਾਂ ਨੇ ਕਿਹਾ ਕਿ ਪਾਸਕੋ ਵਾਲੇ ਦਿਨ ਸਾਨੂੰ ਛੁੱਟੀ ਚਾਹੀਦੀ ਹੈ, ਉਸ ਦਿਨ ਅਸੀਂ ਕੰਮ 'ਤੇ ਨਹੀਂ ਆਉਣਾ। ਇਹਨਾਂ ਨੂੰ ਵਟਸਐਪ ਉੱਤੇ ਹੀ ਕਹਿ ਦਿੱਤਾ ਕਿ ਤੁਹਾਨੂੰ 8 ਘੰਟੇ ਦਾ ਕੰਮ ਚਾਹੀਦਾ, ਤੁਸੀਂ ਸਾਡੀ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਲਾਇਕ ਹੀ ਨਹੀਂ। ਇਹ ਪਿੰਡ ਆ ਜੀ ਕਾਂਪੀ ਵਿਜ਼ੈਂਸੀਓ, ਜੋ ਕਿ ਫਿਰੈਂਸੇ ਦੇ ਵਿੱਚ ਪੈਂਦਾ। ਇਸ ਤੋਂ ਬਾਅਦ ਇਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ। ਇਸਪੈਤੋ ਰਾਤੋ ਦੇ ਲਾਵੋਰੋ ਦੇ ਕੋਲ ਗਏ, ਸਿੰਧਾਕਾਤੀ ਦੇ ਕੋਲ ਗਏ, ਤਾਂ ਉੱਥੇ ਜਾ ਕੇ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਤਕਰੀਬਨ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ। ਅਤੇ ਉਸ ਤੋਂ ਬਾਅਦ ਜੇਕਰ ਇਹਨਾਂ ਨੂੰ ਬੁਖਾਰ ਵੀ ਚੜ੍ਹ ਜਾਂਦਾ ਸੀ, ਉਸ ਸਿਚੁਏਸ਼ਨ ਦੇ ਵਿੱਚ ਵੀ ਜੇਕਰ ਛੁੱਟੀ 2 ਦਿਨ ਦੀ ਕਰਦੇ ਸਨ, ਤਾਂ ਇਹਨਾਂ ਦੇ ਜਿਹੜੇ ਪੈਸੇ ਆ 4 ਦਿਨਾਂ ਦੀ 4 ਜਿਹੜੇ ਦਿਨਾਂ ਦੇ ਜਿਹੜੇ ਕੱਟੇ ਜਾਂਦੇ ਸਨ। ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਦੱਸਿਆ ਕਿ ਜੋ ਪਾਕਿਸਤਾਨੀ ਵੀਰ ਉੱਥੇ ਕੰਮ ਕਰ ਰਹੇ ਸਨ, ਘੱਟ ਤੋਂ ਘੱਟ 10 ਘੰਟੇ ਸਨ, ਪਰ ਕਦੇ ਕਦੇ 12 ਤੋਂ 14 ਘੰਟੇ ਵੀ ਹੋ ਰਿਹਾ। ਤਾਂ ਇਹ ਹਾਊਸ ਜਿਹੜਾ ਸ਼ੇਅਰਿੰਗ ਰੈਂਟ ਸ਼ੇਅਰਿੰਗ ਦੇ ਹਿਸਾਬ ਦੇ ਨਾਲ ਰਹਿ ਰਹੇ ਸਨ। ਉਹਨਾਂ ਦੇ ਪਾਕਿਸਤਾਨ ਦੇ ਵਿੱਚ ਨਿਆਣੇ ਨਿੱਕੇ ਵੀ ਸਨ, ਮੀਆਂ ਬੀਬੀ ਵੀ ਸਨ, ਜਿਨ੍ਹਾਂ ਨੂੰ ਖਰਚਾ ਵੀ ਇਹਨਾਂ ਨੇ ਫੈਮਿਲੀ ਨੂੰ ਭੇਜਣਾ ਸੀ। ਅਤੇ ਪੁਲਿਸ ਨੇ ਜਿਸ ਟਾਈਮ ਇਸ ਫੈਕਟਰੀ ਦੇ ਵਿੱਚ ਛਾਪਾ ਮਾਰਿਆ ਤਾਂ ਟੋਟਲ ਇਸ ਫੈਕਟਰੀ ਦੇ ਵਿੱਚ ਜਿਹੜੇ 13 ਕੰਮ ਕਰਨ ਵਾਲੇ ਬੰਦੇ ਸਨ, ਜਿਨ੍ਹਾਂ ਦੇ ਵਿੱਚੋਂ 6 ਬੰਦੇ ਤਾਂ ਬਲੈਕ ਦੇ ਵਿੱਚ ਕੰਮ ਕਰ ਰਹੇ ਸਨ, ਨੇਰੋ ਕੰਮ ਕਰ ਰਹੇ ਸਨ। ਪਰ ਬਸ ਫਿਰ ਕੀ ਸੀ ਜੀ, ਇਹ ਜਿਹੜੇ ਬੰਦੇ ਕੰਮ ਕਰ ਰਹੇ ਸਨ ਉਹਨਾਂ ਦੇ ਵਿੱਚੋਂ ਕੁਛ ਦੇ ਕੋਲ ਤਾਂ ਸਿਰਫ ਪਾਸਪੋਰਟ ਹੀ ਸੀ। ਉਹਨਾਂ ਨੂੰ ਇਟਲੀ ਦੇ ਵਿੱਚ ਆਇਆ ਨੂੰ ਥੋੜ੍ਹਾ ਹੀ ਟਾਈਮ ਹੋਇਆ ਸੀ, ਅਤੇ ਉਸ ਤੋਂ ਬਾਅਦ ਇਹ ਜਿਹੜੀ ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ ਜੀ। ਉਹਨਾਂ ਨੇ ਛਾਪਾ ਮਾਰ ਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ, ਕਿਉਂਕਿ ਉਹਨਾਂ ਦੇ ਕੋਲ ਸਜੋਰਨ ਨਾ ਹੋਣਾ ਸਭ ਤੋਂ ਵੱਡਾ ਕਾਰਨ ਸੀ। ਜੇਕਰ ਤੁਹਾਡੇ ਨਾਲ ਵੀ ਇੱਦਾਂ ਦੇ ਸ਼ੋਸ਼ਣ ਹੁੰਦੇ ਨੇ ਕੰਮਾਂ ਦੇ ਉੱਤੇ, ਤਾਂ ਤੁਸੀਂ ਵੀ ਆਪਣੀ ਜਿਹੜੀ ਆਵਾਜ਼ ਬੁਲੰਦ ਕਰ ਸਕਦੇ ਹੋ, ਤਾਂ ਜੋ ਇਸ ਤਰ੍ਹਾਂ ਦਾ ਕੰਮ ਨਾ ਹੋਵੇ। ਇਸ ਕੰਮ ਦੇ ਵਿੱਚ ਜੇਕਰ ਦੇਖਿਆ ਜਾਵੇ, ਸਾਡੀ ਪੰਜਾਬੀ ਕਮਿਊਨਿਟੀ ਆ ਜੋ ਇੰਡੀਆ ਦੇ ਵਿੱਚ, ਭਾਰਤੀ ਕਮਿਊਨਿਟੀ ਬਹੁਤ ਪਿੱਛੇ ਆ। ਪਾਕਿਸਤਾਨੀ ਵੀਰ, ਸ਼੍ਰੀਲੰਕਾ ਦੇ ਵੀਰ, ਬੰਗਲਾਦੇਸ਼ੀ ਜਿਹੜੇ ਵੀਰ ਨੇ, ਇਹ ਇਸ ਕੰਮ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਗੇ ਲੰਘ ਚੁੱਕੇ ਨੇ, ਜਾਂ ਅਸੀਂ ਕਹਿ ਸਕਦੇ ਹਾਂ ਕਿ
ਤੇਜ਼ ਆ। ਅਗਲੇ ਅਪਡੇਟ ਵੱਲ ਚੱਲਦੇ ਜੀ। ਅਗਲਾ ਅਪਡੇਟ ਹੈ ਜੀ, ਇਟਲੀ ਦੇ ਵਿੱਚ ਗੱਡੀਆਂ ਹਰ ਸਾਲ ਚੋਰੀ ਹੁੰਦੀਆਂ ਨੇ। ਗੱਡੀਆਂ ਜਿਹੜੀਆਂ ਚੋਰੀ ਹੁੰਦੀਆਂ ਨੇ ਅਤੇ ਇਹਨਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਜੀ, VIA7 ਵਾਲਿਆਂ ਨੇ ਇੱਕ VIA7 ਰਿਪੋਰਟ ਤਿਆਰ ਕਰਦੇ ਆ ਜੀ। ਇਸ ਕੰਪਨੀ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਦੇ ਆਧਾਰ 'ਤੇ ਇਹ ਗੱਲ ਸਾਹਮਣੇ ਆਈ ਕਿ ਇਟਲੀ ਦੇ ਵਿੱਚ ਜੇ ਸਟੇਟਾਂ ਦੀ ਗੱਲ ਕੀਤੀ ਜਾਵੇ, ਜਿੰਨੀਆਂ ਵੀ ਇਟਲੀ ਦੇ ਵਿੱਚ ਸਟੇਟਾਂ ਨੇ, ਉਹਨਾਂ ਦੇ ਹਿਸਾਬ ਦੇ ਨਾਲ ਸਭ ਤੋਂ ਵੱਧ ਜਿਹੜੀਆਂ ਗੱਡੀਆਂ ਚੋਰੀ ਹੁੰਦੀਆਂ ਨੇ ਉਹ ਆ ਜੀ ਸਾਡਾ ਲੋਂਬਰਦੀਆ ਦੇ ਵਿੱਚ ਸਭ ਤੋਂ ਵੱਧ ਗੱਡੀਆਂ ਚੋਰੀ ਹੁੰਦੀਆਂ ਨੇ। ਅਤੇ ਜਿਹੜੀਆਂ ਚੋਰੀ ਹੁੰਦੀਆਂ ਨੇ ਗੱਡੀਆਂ, ਤੁਹਾਨੂੰ ਸਕਰੀਨ ਦੇ ਉੱਤੇ ਸ਼ੋਅ ਵੀ ਹੋ ਰਿਹਾ ਹੋਣਾ ਕਿੰਨੀਆਂ ਟੋਟਲ ਗੱਡੀਆਂ ਚੋਰੀ ਹੁੰਦੀਆਂ। ਲੋਂਬਰਦੀਆ ਦੇ ਵਿੱਚ ਜੇਕਰ 2021 ਦੀ ਗੱਲ ਕੀਤੀ ਜਾਵੇ ਤਾਂ 8024 ਗੱਡੀਆਂ ਚੋਰੀ ਹੋਈਆਂ। ਕੰਪਨੀਆਂ ਦੇ ਵਿੱਚ 20,499 ਜਿਹੜੀਆਂ ਗੱਡੀਆਂ ਚੋਰੀਆਂ ਹੋਈਆਂ ਹਨ। ਕੰਪਨੀਆਂ ਦੇ ਵਿੱਚ ਜੀ 2021 ਦੀ ਗੱਲ ਕਰੀਏ ਤਾਂ 20,499, ਲਾਤਸੀਓ ਦੇ ਵਿੱਚ 13,050, ਪੂਲੀਆ ਦੇ ਵਿੱਚ 12,850 ਅਤੇ ਸਿਚੀਲੀਆ ਦੇ ਵਿੱਚ 9,194 ਜਿਹੜੀਆਂ ਗੱਡੀਆਂ ਚੋਰੀ ਹੋਈਆਂ 2021 ਦੇ ਵਿੱਚ। ਪਰ ਜਿਹੜੀ ਲੋਂਬਰਦੀਆ ਦੇ ਵਿੱਚ ਗਿਣਤੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ। ਲੋਂਬਰਦੀਆ ਸਟੇਟ ਦੇ ਵਿੱਚ ਜਿਹੜੀਆਂ ਗੱਡੀਆਂ ਪਹਿਲਾਂ ਘੱਟ ਚੋਰੀ ਹੁੰਦੀਆਂ ਸਨ, ਪਰ ਦੇਖਦੇ ਹਾਂ ਸਭ ਤੋਂ ਵੱਧ ਜਿਹੜੀ ਗੱਡੀ ਹੈ ਕਿਹੜੀ ਚੋਰੀ ਹੋ ਰਹੀ ਹੈ। ਜੇਕਰ ਤੁਸੀਂ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਜਾਂ ਫਿਰ ਸੈਕਿੰਡ ਹੈਂਡ ਗੱਡੀ ਲੈਣ ਬਾਰੇ ਸੋਚ ਰਹੇ ਹੋ ਤਾਂ ਇਸ ਨਿਊਜ਼ ਨੂੰ ਧਿਆਨ ਦੇ ਨਾਲ ਦੇਖੋ, ਕਿਹੜੀਆਂ ਗੱਡੀਆਂ ਨਹੀਂ ਲੈਣੀਆਂ ਤਾਂ ਜੋ ਚੋਰੀ ਹੋ ਜਾਣ। ਸਭ ਤੋਂ ਵੱਧ ਇਟਲੀ ਦੇ ਵਿੱਚ ਜਿਹੜੀਆਂ ਗੱਡੀਆਂ ਚੋਰੀ ਹੋਣ ਵਾਲੀਆਂ ਨੇ ਉਹ ਆ ਜੀ ਟੋਟਲ 75,471 2021 ਦੇ ਵਿੱਚ ਗੱਡੀਆਂ ਚੋਰੀ ਹੋਈਆਂ, ਜਿਨ੍ਹਾਂ ਦੇ ਵਿੱਚੋਂ ਫੀਐਟ ਪਾਂਡਾ ਜਿਹੜੀ ਹੈ ਸਭ ਤੋਂ ਪਹਿਲੇ ਨੰਬਰ 'ਤੇ ਆ, ਫੀਐਟ ਚਿੰਕੁਏਚੈਂਤੋ ਫੀਐਟ 500, ਫੀਐਟ ਪੁੰਤੋ ਵੀ ਬਹੁਤ ਚੋਰੀ ਹੁੰਦੀ ਆ। ਲਾਂਚਾ ਵਾਲਿਆਂ ਦੀ ਇਪਸਿਲੋਨ ਗੱਡੀ ਬਹੁਤ ਚੋਰੀ ਹੁੰਦੀ ਆ। ਸਮਾਰਟ ਜੋ ਕਿ ਛੋਟੀ ਗੱਡੀ ਆ ਇਹ ਵੀ ਬਹੁਤ ਚੋਰੀ ਹੁੰਦੀ ਹੈ। ਅਤੇ ਵੋਲਕਸਵਾਗਨ ਦੀ ਗੋਲਫ ਗੱਡੀ ਜਿਹੜੀ ਇਹ ਵੀ ਬਹੁਤ ਚੋਰੀ ਹੁੰਦੀ ਹੈ ਜੀ। ਚੋਰਾਂ ਦੀ ਨਜ਼ਰ ਗੋਲਫ ਉੱਤੇ ਹਮੇਸ਼ਾ ਹੀ ਰਹਿੰਦੀ ਹੈ ਕਿਉਂਕਿ ਇਹਦਾ ਰੇਟ ਵਧੀਆ ਮਿਲ ਜਾਂਦਾ ਫੀਐਟ ਦੇ ਨਾਲ। ਪਰ ਇਸ ਦੇ ਨਾਲ ਜਿਹੜੀਆਂ ਗੱਡੀਆਂ ਫੋਰਿਸ ਤਰ੍ਹਾਂ ਦਾ ਹੁੰਦੀਆਂ ਨੇ, SUV ਸੁਭ ਗੱਡੀਆਂ 2021 ਦੇ ਵਿੱਚ 1273 ਚੋਰੀ ਹੋਈਆਂ। ਅਤੇ ਇਹ ਅਸਲ ਦੇ ਵਿੱਚ ਚੋਰੀ ਹੋਈਆਂ ਗੱਡੀਆਂ ਜਾਂਦੀਆਂ ਕਿੱਥੇ ਨੇ? ਜ਼ਿਆਦਾ ਜਾਂਦੀਆਂ ਨੇ ਜੀ ਗੱਡੀਆਂ ਸਰਬੀਆ ਦੇ ਵਿੱਚ, ਬੁਲਗਰੀਆ ਦੇ ਵਿੱਚ, ਰੋਮਾਨੀਆ ਦੇ ਵਿੱਚ, ਯੂਕਰੇਨ ਅਤੇ ਰਸ਼ੀਆ ਦਾ ਇਹ ਜਿਹੜਾ ਚੋਰ ਬਾਜ਼ਾਰ ਆ ਜਿੱਥੇ ਗੱਡੀਆਂ ਚੋਰੀ ਹੋ ਕੇ ਵਿਕਦੀਆਂ ਨੇ। ਅਤੇ ਇਸ ਲਈ ਜੇਕਰ ਤੁਸੀਂ ਗੱਡੀ ਖਰੀਦਣਾ ਚਾਹੁੰਦੇ ਹੋ ਤਾਂ ਗੋਲਫ, ਸਮਾਰਟ, ਲਾਂਚਾ, ਫੀਐਟ ਪੁੰਤੋ, ਫੀਐਟ ਚਿੰਕੁਏਚੈਂਤੋ ਜਾਂ ਫੀਐਟ ਜਿਹੜੀ ਆ ਪਾਂਡਾ, ਇਹਦੇ ਤੋਂ ਥੋੜ੍ਹਾ ਜਿਹਾ ਬਚ ਕੇ। ਗੱਲ ਕਰਦੇ ਹਾਂ ਜੀ ਅਗਲੇ ਬੋਨਸ ਦੀ। ਇਟਲੀ ਦੇ ਵਿੱਚ ਬੋਨਸ ਚੱਲ ਰਿਹਾ ਜੀ, ਬੋਨਸ ਜ਼ੰਜ਼ਰੀਏਰੇ 2022। ਇਹਦੇ ਨਾਲ ਸਰਕਾਰ ਤੁਹਾਨੂੰ ਪੈਸੇ ਦੇ ਰਹੀ ਹੈ। ਪੈਸੇ ਕੀ ਦੇ ਰਹੀ ਹੈ? ਜੇਕਰ ਤੁਸੀਂ ਆਪਣੇ ਘਰ ਦੀਆਂ ਖਿੜਕੀਆਂ, ਤਾਕੀਆਂ, ਰੋਸ਼ਨਦਾਨਾਂ ਦੇ ਉੱਤੇ ਲਵਾਉਂਦੇ ਹੋ ਮੱਛਰਦਾਨੀਆਂ, ਜਿਹੜੇ ਉਹ ਜਾਲੀਆਂ ਜਿਹੀਆਂ ਹੁੰਦੀਆਂ ਜਿਹਨਾਂ ਨੂੰ ਜ਼ੰਜ਼ਰੀਏਰੇ ਕਹਿੰਦੇ ਆ, ਅਤੇ ਇਹ ਲਵਾਉਣ ਦੇ ਵਿੱਚ ਤੁਹਾਡਾ ਜਿੰਨਾ ਵੀ ਖਰਚਾ ਆਊਗਾ ਉਹ ਸਾਰਾ ਖਰਚਾ ਜਿਹੜਾ ਸਰਕਾਰ ਵੱਲੋਂ ਤੁਹਾਨੂੰ 50% ਆ ਜਿਹੜੇ ਉਹਦੇ ਪੈਸੇ ਵਾਪਸ ਆ ਜਾਣੇ। ਜਿੰਨੇ ਵੀ ਤੁਸੀਂ ਪੈਸੇ ਲਵਾਉਣੇ ਆ ਉਹਦਾ ਅੱਧ ਤੁਹਾਨੂੰ ਸਰਕਾਰ ਨੇ ਵਾਪਸ ਕਰ ਦੇਣਾ। ਇਸ ਕਰਕੇ ਖੁੱਲ੍ਹ ਕੇ ਪੈਸਾ ਖਰਚੋ ਅਤੇ ਇਟਾਲੀਅਨ ਬੰਦਿਆਂ ਦੇ ਕੋਲੋਂ ਲਵਾਓ ਜੀ। ਉਸ ਤੋਂ ਬਾਅਦ ਅਗਲਾ ਆਪਣਾ ਅਪਡੇਟ ਆ ਰਿਹਾ ਜੀ ਪਾਲਮ ਆਇਲ। ਪਾਲਮ ਆਇਲ ਆ ਜਿਹੜਾ ਇਹ ਇੰਡੋਨੇਸ਼ੀਆ ਨੇ ਐਕਸਪੋਰਟਿੰਗ ਉੱਤੇ ਬੈਨ ਲਾ ਦਿੱਤਾ ਜੀ। 28 ਅਪ੍ਰੈਲ 2022 ਤੋਂ ਉਹਨਾਂ ਨੇ ਕਿਹਾ ਕਿ ਐਕਸਪੋਰਟ ਨਹੀਂ ਹੋਣਾ ਇੰਡੋਨੇਸ਼ੀਆ ਤੋਂ, ਜਿਹਦੇ ਨਾਲ ਰਾਤੋਂ ਰਾਤ ਜਿਹੜਾ ਪਾਲਮ ਆਇਲ ਦਾ ਰੇਟ ਆ, ਜਿਹੜਾ ਪ੍ਰਾਈਜ਼ ਆ, ਅਸਮਾਨ ਤੱਕ ਪਹੁੰਚ ਗਿਆ। ਇਹ ਜਿਹੜਾ ਪਾਲਮ ਆਇਲ ਆ ਬਹੁਤ ਸਾਰੇ ਜਿਹੜੇ ਪ੍ਰੋਡਕਟ ਆ ਇਹਨਾਂ ਦੇ ਵਿੱਚ ਵਰਤਿਆ ਜਾਂਦਾ। ਜਿਸ ਤਰ੍ਹਾਂ ਕਿ ਐਗਜ਼ਾਮਪਲ ਦੇ ਲਈ ਅਸੀਂ ਗੱਲ ਕਰਦੇ ਹਾਂ ਤਾਂ ਨੂਤੈਲਾ ਦੇ ਵਿੱਚ ਇਹ ਵਰਤਿਆ ਜਾਂਦਾ। ਉਸ ਤੋਂ ਬਾਅਦ ਵੱਧਦੇ ਹਾਂ ਜੀ ਅਗਲੇ ਅਪਡੇਟ ਵੱਲ। ਅੱਜ 26 ਅਪ੍ਰੈਲ ਆ, ਪਰ 26 ਅਪ੍ਰੈਲ 1986 ਦੇ ਵਿੱਚ ਇੱਕ ਦੁਰਘਟਨਾ ਵਾਪਰੀ ਸੀ ਜਿਹੜਾ ਹਿਸਟਰੀ ਦੇ ਵਿੱਚ ਡੇਟ ਲਿਖ ਹੋ ਚੁੱਕੀ ਹੈ। 26 ਅਪ੍ਰੈਲ 1986 ਦੇ ਵਿੱਚ ਚੇਰਨੋਬਾਇਲ ਦੇ ਵਿੱਚ ਰਿਐਕਟਰ 4 ਦੇ ਵਿੱਚ ਧਮਾਕਾ ਹੋਇਆ ਸੀ, ਅਤੇ ਜਿਸ ਦਾ 3-4 ਦਿਨਾਂ ਬਾਅਦ ਹੀ ਪਤਾ ਲੱਗਾ ਸੀ ਕਿ ਉਹ ਦੁਨੀਆ ਦਾ ਉਸ ਸਦੀ ਦਾ ਇਹ ਜਿਹੜੀ ਸਦੀ ਸੀ ਬਹੁਤ ਹੀ ਖਤਰਨਾਕ ਧਮਾਕਾ ਸੀ। ਗੱਲ ਕੁਛ ਇਸ ਤਰ੍ਹਾਂ ਹੋਈ ਹੈ ਜੀ, ਇਸ ਧਮਾਕੇ ਦੇ ਨਾਲ ਬਹੁਤ ਸਾਰੀ ਤਬਾਹੀ ਹੋਈ। ਜਿੰਨੇ ਵੀ ਬੰਦੇ ਉੱਥੇ 1.5 ਮਿੰਟ ਲਈ ਵੀ ਕੰਮ ਕਰਨ ਗਏ ਸਨ, ਸਾਰੇ ਦੇ ਸਾਰੇ ਮੌਤ ਦੇ ਬੁੱਕਲ ਦੇ ਵਿੱਚ ਪਹੁੰਚ ਗਏ ਸਨ। ਸਿਰਫ ਸਵਿਸ ਦਾ ਹੀ ਇੱਕ ਇੰਜੀਨੀਅਰ ਸੀ ਜਿਸ ਨੂੰ ਪਤਾ ਲੱਗਾ ਕਿ ਬਹੁਤ ਖਤਰਨਾਕ ਤਬਾਹੀ। ਅੱਜ ਦੇ ਦਿਨਾਂ ਦੇ ਵਿੱਚ ਰਸ਼ੀਆ ਯੂਕਰੇਨ ਦੀ ਲੜਾਈ ਜੰਗ ਚੱਲ ਰਹੀ ਹੈ ਅਤੇ ਸਾਨੂੰ ਇੱਕ ਦਿਨ ਦੇ ਵਿੱਚ ਸਾਡੇ ਮੋਬਾਈਲ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿੱਥੇ ਕੀ ਹੋ ਰਿਹਾ ਜਾਂ ਫਿਰ ਕਿੱਥੇ ਕੀ ਨਹੀਂ ਹੋ ਰਿਹਾ। ਉਹਨਾਂ ਦਿਨਾਂ ਦੇ ਵਿੱਚ ਇਹ ਬਹੁਤ ਵੱਡੀ ਤਬਾਹੀ ਸੀ ਅਤੇ ਇਟਲੀ ਦੇ ਵਿੱਚ, ਯੂਰਪ ਦੇ ਵਿੱਚ ਸਾਰਿਆਂ ਨੂੰ ਇਹੀ ਡਰ ਸੀਗਾ
ਕਿ ਜਦੋਂ ਨਾਗਾਸਾਕੀ ਦੇ ਉੱਤੇ ਬੰਬ ਸਿੱਕੇ ਸੀਗੇ, ਬੰਬ ਜਿਹੜੇ ਐਟੋਮਿਕ ਸਿੱਟੇ ਗਏ ਸਨ, ਉਸ ਤੋਂ ਬਾਅਦ ਜਿਹੜੀ ਇਹਦੀ ਆ ਰੇਡੀਏਸ਼ਨ ਦੀ ਹਵਾ ਜਿੱਧਰ ਨੂੰ ਜਾਣੀ ਸੀ ਉੱਥੇ ਵੀ ਤਬਾਹੀ ਹੋਣੀ ਸੀ। ਫਰਾਂਸ ਦੇ ਵਿੱਚ, ਆਸਟਰੀਆ ਦੇ ਵਿੱਚ, ਸਾਰੀਆਂ ਕੰਟਰੀਆਂ ਦੇ ਵਿੱਚ ਆਈਡੀਅਮ ਦੇ ਜਿਹੜੇ ਕੈਪਸੂਲ ਨੇ, ਆਈਡੀਅਮ ਦੀਆਂ ਜਿਹੜੀਆਂ ਗੋਲੀਆਂ ਨੇ ਫਾਰਮੇਸੀਆਂ 'ਤੇ ਪਹੁੰਚ ਗਏ ਸਨ ਖਰੀਦਣ ਦੇ ਲਈ, ਅਤੇ ਉਹਦੇ ਨਾਲ ਕੀ ਹੋਇਆ ਸੀਗਾ ਕਿ ਫਾਰਮੇਸੀਆਂ 'ਤੇ ਵੀ ਮੁੱਕ ਗਈਆਂ ਸਨ। ਹੁਣ ਵੀ ਡਰ ਦੇ ਵਿੱਚ ਲੋਕੀ ਆਈਡੀਅਮ ਦੀਆਂ ਗੋਲੀਆਂ ਜਿਹੜੀਆਂ ਖਰੀਦ ਰਹੇ ਸਨ। ਵੈਸੇ ਜਿਹੜਾ ਨਮਕ ਹੁੰਦਾ ਹੈ, ਲੂਣ ਹੁੰਦਾ, ਆਈਡੀਅਮ ਦਾ ਬਹੁਤ ਵਧੀਆ ਸਰੋਤ ਹੁੰਦਾ, ਅਤੇ ਇਹਦੇ ਨਾਲ ਦੱਸਿਆ ਜਾ ਰਿਹਾ ਕਿ ਇਫੈਕਟ ਜਿਹੜੇ ਨਿਊਕਲੀਅਰ ਵੈਪਨ ਦੇ ਆ ਥੋੜ੍ਹੇ ਜਿਹੇ ਘੱਟ ਜਾਂਦੇ ਨੇ। ਅਤੇ ਉਸ ਤੋਂ ਬਾਅਦ ਗੱਲ ਇਹ ਹੋਈ ਜੀ, ਇੱਕ ਬਹੁਤ ਖਤਰਨਾਕ ਅਸੀਂ ਕਹਿ ਸਕਦੇ ਕਿ ਦੁਰਘਟਨਾ, ਜੋ ਅਸੀਂ ਸੋਚਣਾ ਵੀ ਨਹੀਂ ਚਾਹੁੰਦੇ ਕਿ ਆਉਣ ਵਾਲੇ ਕਿਸੇ ਵੀ ਟਾਈਮ ਦੇ ਵਿੱਚ ਇੱਦਾਂ ਦੀ ਕਿਸੇ ਵੀ ਦੇਸ਼ ਦੇ ਉੱਤੇ ਵਾਪਰੇ ਜੀ। ਇਹਦੇ ਨਾਲ ਜੋ ਅੱਜ ਤੱਕ ਦੀਆਂ ਖਬਰਾਂ ਨੇ ਮੁੱਕਦੀਆਂ ਨੇ, ਅੱਜ ਦੀਆਂ ਸਾਰੀਆਂ ਖਬਰਾਂ 2 ਯੂਰੋ, 1 ਯੂਰੋ, 50 ਪੈਸੇ, 25 ਪੈਸੇ, ਬਹੁਤ ਸਾਰੇ ਪੈਸੇ ਨੇ, 10 ਰੁਪਏ ਦੇ ਨੋਟ, 50 ਰੁਪਏ ਦੇ ਨੋਟ, ਜਿਨ੍ਹਾਂ ਦੀ ਕੀਮਤ ਹਜ਼ਾਰਾਂ ਦੇ ਹਿਸਾਬ ਨਾਲ ਹੋ ਸਕਦੀ ਹੈ। ਵੀਡੀਓ ਤਿਆਰ ਕਰ ਰਹੇ ਹਾਂ, ਪਰਸੋਂ ਨੂੰ ਸਾਡੀ ਵੀਡੀਓ ਆ ਰਹੀ ਹੈ ਜੀ, ਇੰਡੀਅਨ ਭਰਾਵਾਂ ਦੇ ਨਾਲ ਕਿਹੜਾ ਧੋਖਾ ਹੋ ਰਿਹਾ ਜੀ। ਇੰਡੀਅਨ ਆਪਣੇ ਵੀਰਾਂ ਨੂੰ ਜੁਰਮਾਨੇ ਆਉਣਗੇ ਤਕਰੀਬਨ 80 ਤੋਂ 90 ਜਾਂ ਫਿਰ 70 ਤੋਂ 80% ਆਪਣੇ ਵੀਰ ਇਸ ਜਾਲ ਦੇ ਵਿੱਚ ਫਸਣਗੇ ਜਿਨ੍ਹਾਂ ਦੇ ਕੋਲ ਪੇਪਰ ਨੇ। ਉਹਦੇ ਬਾਰੇ ਸੁਚੇਤ ਕਰਨ ਦੇ ਲਈ ਪਰਸੋਂ ਦੀ ਸਾਡੀ ਵੀਡੀਓ ਜ਼ਰੂਰ ਦੇਖਿਓ। ਮਿਲਦੇ ਹਾਂ ਜੀ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ। ਉਹਨਾਂ ਟਾਈਮ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੇ ਇਟਾਲੀਅਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।